ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਯੂਨੀਵਰਸਿਟੀਜ਼ ਨੇ ਪੂਰਿਆ ਵਿਦਿਆਰਥੀਆਂ ਦਾ ਪੱਖ, ਕਿਹਾ ਰਿਹਾਇਸ਼ ਸੰਕਟ ਦਾ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਨਹੀਂ। ਕੇਂਦਰੀ ਰਿਹਾਇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਭਖਿਆ ਮਾਹੌਲ। ਓਕਾਨਾਗਨ 'ਚ ਨਿਕਾਸੀ ਹੁਕਮ ਤੇ ਕੈਲੋਨਾ ਦੀਆਂ ਯਾਤਰਾ ਪਾਬੰਦੀਆਂ ਨੂੰ ਹਟਾਇਆ। ਵਾਪਸੀ ਲਈ ਵਿਆਪਕ ਗਾਈਡਲਾਈਨਸ ਦੀ ਪਾਲਣਾ ਦੀ ਸਲਾਹ। ਚੀਨ ਅਤੇ ਕੈਨੇਡਾ ਵਿਚਕਾਰ ਉਡਾਣਾਂ ਵਧਾਉਣ ਨੂੰ ਲੈ ਕੇ ਚਰਚਾ। ਕੋਵਿਡ-19 ਤੋਂ ਬਾਅਦ ਗਿਣਤੀ ਰਹਿ ਗਈ ਸੀ ਸੀਮਤ। ਵਿਦੇਸ਼ੀ ਦਖਲ ਦੇ ਮੁੱਦੇ ਕਾਰਨ ਵੀ ਕਈ ਰਹੇ ਅਟਕਾ। ਛੁਰੇਬਾਜ਼ੀ ਦੇ ਕੇਸ 'ਚ ਬੁਰੇ ਫਸੇ 2 ਪੰਜਾਬੀ। ਘਟਨਾ 'ਚ ਜ਼ਖਮੀ ਵਿਅਕਤੀ ਦੀ ਹੋਈ ਮੌਤ। ਪਰਮਿੰਦਰ ਬਰਾੜ ਤੇ ਸਿਮਰਪਾਲ ਤੇ ਦੋਸ਼ ਹੋਏ ਆਇਦ। ਕੇਂਦਰੀ ਰਿਹਾਇਸ਼ ਮੰਤਰੀ ਵੱਲੋਂ ਕੈਨੇਡਾ 'ਚ ਰਿਹਾਇਸ਼ੀ ਸੰਕਟ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਦੋਸ਼ੀ ਠਹਿਰਾਉਣ ਅਤੇ ਉਹਨਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਫੈਸਲੇ ਦੀ ਕਿਊਬਿਕ ਦੀਆਂ ਯੂਨੀਵਰਸਿਟੀਜ਼ ਦੇ ਵੱਲੋਂ ਨਿਖੇਧੀ ਕੀਤੀ ਗਈ ਹੈ। ਮੌਂਟਰੀਅਲ ਯੂਨੀਵਰਸਿਟੀ ਦੇ ਰੈਕਟਰ ਡੇਨੀਅਲ ਜੋਟਰਾਸ ਦਾ ਕਹਿਣਾ ਹੈ ਕਿ ਕੈਨੇਡਾ ਦਾ ਰਿਹਾਇਸ਼ੀ ਸੰਕਟ ਦੇਸ਼ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧੇ ਦਾ ਨਤੀਜਾ ਨਹੀਂ ਹੈ। ਜੋਟਰਾਸ ਨੇ ਕਿਹਾ, ਰਿਹਾਇਸ਼ ਸਮੱਸਿਆ ਅਸਲ ਹੈ। ਸਮੱਸਿਆ ਗੰਭੀਰ ਹੈ, ਪਰ ਇਹ ਇੱਕ ਅਜਿਹੀ ਸਮੱਸਿਆ ਹੈ ਜਿਹੜੀ ਪਿਛਲੇ 2 ਦਹਾਕਿਆਂ ਦੇ ਢਾਂਚਾਗਤ ਮੁੱਦਿਆਂ ਦੇ ਸਿੱਟੇ ਵਜੋਂ ਵਿਕਸਿਤ ਹੋ ਰਹੀ ਹੈ, ਜੋ ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨਾਲ ਸਿੱਧੇ ਤੌਰ ਤੇ ਸੰਬੰਧਿਤ ਨਹੀਂ ਹੈ। ਕੇਂਦਰੀ ਰਿਹਾਇਸ਼ ਮੰਤਰੀ ਵੱਲੋਂ ਕੈਨੇਡਾ 'ਚ ਰਿਹਾਇਸ਼ੀ ਸੰਕਟ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਦੋਸ਼ੀ ਠਹਿਰਾਉਣ ਅਤੇ ਉਹਨਾਂ ਦੀ ਗਿਣਤੀ ਸੀਮਤ ਕਰਨ ਦੇ ਫੈਸਲੇ ਦੀ ਕਿਊਬਿਕ ਦੀਆਂ ਯੂਨੀਵਰਸਿਟੀਜ਼ ਵੱਲੋਂ ਨਿਖੇਧੀ ਕੀਤੀ ਗਈ ਹੈ। ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਪ੍ਰਸ਼ਾਸਕਾਂ, ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਨਾਲ ਰਿਹਾਇਸ਼ ਦੀ ਕਮੀ ਨੂੰ ਦੂਰ ਕਰਨ 'ਚ ਕੋਈ ਮਦਦ ਨਹੀਂ ਮਿਲੇਗੀ ਤੇ ਇਸ ਦੀ ਬਜਾਏ ਯੂਨੀਵਰਸਿਟੀ ਖੋਜ ਨੂੰ ਨੁਕਸਾਨ ਪਹੁੰਚੇਗਾ ਤੇ ਕਿਊਬਿਕ ਕੁਸ਼ਲ ਪ੍ਰਵਾਸੀਆਂ ਤੋਂ ਵਾਂਝਾ ਹੋ ਜਾਵੇਗਾ। ਮੌਂਟਰੀਅਲ ਯੂਨੀਵਰਸਿਟੀ ਦੇ ਰੈਕਟਰ ਡੈਨੀਅਲ ਜੋਟਰਾਸ ਦਾ ਕਹਿਣਾ ਹੈ ਕਿ ਕੈਨੇਡਾ ਦਾ ਰਿਹਾਇਸ਼ੀ ਸੰਕਟ ਦੇਸ਼ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧੇ ਦਾ ਨਤੀਜਾ ਨਹੀਂ ਹੈ। ਜੋਟਰਾਸ ਨੇ ਕਿਹਾ, ਰਿਹਾਇਸ਼ ਸਮੱਸਿਆ ਅਸਲ ਹੈ, ਸਮੱਸਿਆ ਗੰਭੀਰ ਹੈ, ਪਰ ਇਹ ਇੱਕ ਅਜਿਹੀ ਸਮੱਸਿਆ ਹੈ ਜਿਹੜੀ ਪਿਛਲੇ 2 ਦਹਾਕਿਆਂ ਦੇ ਢਾਂਚਾਗਤ ਮੁੱਦਿਆਂ ਦੇ ਸਿੱਟੇ ਵਜੋਂ ਵਿਕਸਿਤ ਹੋ ਰਹੀ ਹੈ, ਜੋ ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨਾਲ ਸਿੱਧੇ ਤੌਰ ਤੇ ਸੰਬੰਧਿਤ ਨਹੀਂ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਕੇਂਦਰੀ ਰਿਹਾਇਸ਼ ਮੰਤਰੀ ਸ਼ੌਨ ਫਰੇਜ਼ਰ ਨੇ ਸੁਝਾਅ ਦਿੱਤਾ ਸੀ ਕਿ ਹਾਲ ਹੀ ਦੇ ਸਾਲਾਂ 'ਚ ਕੈਨੇਡਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਿਸਫੋਟਕ ਵਾਧਾ ਹੋਇਆ ਹੈ ਤੇ ਇਸ ਵਾਧੇ ਨੂੰ ਸੀਮਤ ਕਰਨਾ ਰਿਹਾਇਸ਼ ਦੀ ਮੰਗ ਨੂੰ ਘਟਾਉਣ ਦਾ ਹੀ ਇੱਕ ਬਦਲ ਹੈ। ਸਾਲ 2022 'ਚ ਫੈਡਰਲ ਸਰਕਾਰ ਵੱਲੋਂ 5,40,000 ਤੋਂ ਵੱਧ ਨਵੇਂ ਕੌਮਾਂਤਰੀ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਿਹੜਾ ਕਿ 2021 ਤੋਂ 24% ਵਧੇਰੇ ਹੈ। ਫਰੇਜ਼ਰ ਦਾ ਕਹਿਣਾ ਸੀ ਕਿ ਓਟਾਵਾ ਆਵਾਸ ਦਬਾਅ ਨੂੰ ਘਟਾਉਣ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਤੇ ਵਿਚਾਰ ਕਰ ਰਿਹਾ ਹੈ। ਕਿਊਬਿਕ ਤੇ ਪ੍ਰੀਮੀਅਰ ਤੇ ਹੋਰਨਾਂ ਮੰਤਰੀਆਂ ਨੇ ਓਟਾਵਾ ਨੂੰ ਯਾਦ ਦਿਵਾਇਆ ਕਿ ਇਸ ਵਿਚਾਰ ਨੂੰ ਤੇਜ਼ੀ ਨਾਲ ਖਾਰਜ ਕਰ ਦਿੱਤਾ ਗਿਆ ਹੈ ਕਿ ਸਿੱਖਿਆ ਇੱਕ ਸੂਬਾਈ ਅਧਿਕਾਰ ਖੇਤਰ ਹੈ। ਜੋਟਰਾਸ ਨੇ ਕਿਹਾ ਕਿ ਮੌਂਟਰੀਅਲ ਯੂਨੀਵਰਸਿਟੀ ਦੇ ਲਗਭਗ 42,000 ਵਿਦਿਆਰਥੀਆਂ ਚੋਂ ਲਗਭਗ 6,000 ਕੌਮਾਂਤਰੀ ਨੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਗਿਣਤੀ ਸ਼ਹਿਰ ਦੇ ਆਵਾਸ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਹੈ। ਉਨ੍ਹਾਂ ਅੱਗੇ ਕਿਹਾ, ਕੈਨੇਡਾ 'ਚ ਉਨ੍ਹਾਂ ਦੀ ਹਾਜ਼ਰੀ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਹੱਤਵ ਨੂੰ ਦੇਖਦਿਆਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 'ਚ ਕਟੌਤੀ ਕਰਨਾ ਚੰਗਾ ਵਿਚਾਰ ਨਹੀਂ ਹੈ। ਜੋਟਰਾਸ ਨੇ ਕਿਹਾ ਹੈ ਕਿ ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਹੜੀ ਵੀ ਸਿੱਖਿਆ ਮਿਲਦੀ ਹੈ ਉਹ ਉਸ ਨੂੰ ਦੇਸ਼ ਦੀ ਸਫਲਤਾ ਲਈ ਤਿਆਰ ਕਰਦੀ ਹੈ। ਪਿਛਲੇ 1 ਦਹਾਕੇ ਦੌਰਾਨ ਕਿਊਬਿਕ 'ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਦਸੰਬਰ 2022 ਤੱਕ ਕਿਊਬਿਕ ਦੀਆਂ ਯੂਨੀਵਰਸਿਟੀਜ਼ 'ਚ 58,675 ਕੌਮਾਂਤਰੀ ਵਿਦਿਆਰਥੀ ਸਨ, ਜਿਹੜੀ ਕਿ 1 ਸਾਲ ਪਹਿਲਾਂ ਦੀ ਤੁਲਨਾ 'ਚ 10,000 ਦਾ ਵਾਧਾ ਸੀ। ਉੱਥੇ ਹੀ ਹੋਰ 19,460 ਕੌਮਾਂਤਰੀ ਵਿਦਿਆਰਥੀ ਜਨਤਕ ਜੂਨੀਅਰ ਕਾਲਜਾਂ ਅਤੇ ਨਿੱਜੀ ਕੈਰੀਅਰ ਕਾਲਜਾਂ 'ਚ ਪੜ੍ਹਦੇ ਨੇ। ਮੈਕਗਿਲ ਯੂਨੀਵਰਸਿਟੀ 'ਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਵਿਕਟਰ ਮੁਨੀਜ਼ ਫਰੈਟੇਸੇਲੀ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਵੱਡੇ ਸ਼ਹਿਰਾਂ ਦੇ ਉਲਟ ਛੋਟੇ ਸ਼ਹਿਰਾਂ ਦੀ ਰਿਹਾਇਸ਼ ਤੇ ਅਸਰ ਪੈ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਓਕਾਨਾਗਨ ਖੇਤਰ ਲਈ ਜਾਰੀ ਕੀਤੇ ਗਏ ਨਿਕਾਸੀ ਹੁਕਮ ਅਤੇ ਕੈਲੋਨਾ ਸ਼ਹਿਰ ਦੀਆਂ ਸੀਮਾਵਾਂ ਅੰਦਰ ਲਾਗੂ ਕੀਤੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਐਮਰਜੈਂਸੀ ਆਪਰੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਸੁਰੱਖਿਅਤ ਵਾਪਸੀ ਲਈ ਵਿਆਪਕ ਗਾਈਡਲਾਈਨਸ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ 'ਚ ਪਾਲਤੂ ਜਾਨਵਰਾਂ, ਬੀਮਾ ਅਤੇ ਮਾਨਸਿਕ ਸਿਹਤ ਸਹਾਇਤਾ ਨਾਲ ਜੁੜੇ ਮੁੱਦਿਆਂ ਲਈ ਉਚਿਤ ਪ੍ਰਕਿਰਿਆਵਾਂ ਸ਼ਾਮਲ ਨੇ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਕਈ ਹੋਰਨਾਂ ਖੇਤਰਾਂ 'ਚ ਜੰਗਲੀ ਅੱਗ ਭੜਕ ਰਹੀ ਹੈ, ਜਿਨ੍ਹਾਂ 'ਚ
ਲਿਟਨ ਦੇ ਨੇੜੇ ਸਟੀਨ ਮਾਊਂਟੇਨ ਬਲੇਜ਼ ਵੀ ਸ਼ਾਮਲ ਹੈ। ਬ੍ਰਿਟਿਸ਼ ਕੋਲੰਬੀਆ ਦੇ ਓਕਾਨਾਗਨ ਖੇਤਰ ਲਈ ਜਾਰੀ ਕੀਤੇ ਗਏ ਨਿਕਾਸੀ ਹੁਕਮ ਅਤੇ ਕੇਲੋਨਾ ਸ਼ਹਿਰ ਦੀਆਂ ਸੀਮਾਵਾਂ ਅੰਦਰ ਲਾਗੂ ਕੀਤੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਸੂਬੇ ਦੇ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਨੇ ਵੀਰਵਾਰ ਰਾਤੀ ਇੱਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ। ਸਰਕਾਰ ਵੱਲੋਂ ਇਹ ਫੈਸਲਾ ਇਸ ਹਫ਼ਤੇ ਪਏ ਮੀਂਹ ਕਾਰਨ ਜੰਗਲੀ ਅੱਗ ਦੀ ਰਫ਼ਤਾਰ ਦੇ ਰੁਕਣ ਕਾਰਨ ਲਿਆ ਗਿਆ ਹੈ। ਕੈਲੋਨਾ, ਪੈਂਟੀਕਟਨ, ਵਰਨੋਨ ਤੇ ਕੈਂਪਲੂਪਸ ਦੀਆਂ ਪਾਬੰਦੀਆਂ ਇਸੇ ਹਫ਼ਤੇ ਦੀ ਸ਼ੁਰੂਆਤ 'ਚ ਹਟਾ ਦਿੱਤੀਆਂ ਗਈਆਂ ਸਨ, ਜਿਹੜੀਆਂ ਕਿ ਬੀਤੀ 19 ਅਗਸਤ ਨੂੰ ਇਸ ਇਰਾਦੇ ਨਾਲ ਲਾਗੂ ਕੀਤੀਆਂ ਗਈਆਂ ਸਨ ਤਾਂ ਕਿ ਨਿਕਾਸੀ ਕਾਰਨ ਪ੍ਰਭਾਵਿਤ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਨੂੰ ਲੋੜੀਂਦੀ ਰਿਹਾਇਸ਼ ਮਿਲ ਸਕੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਕੈਲੋਨਾ, ਵੈਸਟ ਬੈਂਕ, ਫਰਸਟ ਨੇਸ਼ਨਜ਼ ਅਤੇ ਲੇਕ ਕੰਟਰੀ ਦੇ ਕੁਝ ਹਿੱਸਿਆਂ 'ਚ ਨਿਕਾਸੀ ਦੇ ਹੁਕਮ ਅਜੇ ਵੀ ਪ੍ਰਭਾਵੀ ਤੌਰ 'ਤੇ ਲਾਗੂ ਨੇ। ਐਮਰਜੈਂਸੀ ਆਪਰੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਸੁਰੱਖਿਅਤ ਵਾਪਸੀ ਲਈ ਵਿਆਪਕ ਗਾਈਡਲਾਈਨਸ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ 'ਚ ਪਾਲਤੂ ਜਾਨਵਰਾਂ, ਬੀਮਾ ਅਤੇ ਮਾਨਸਿਕ ਸਿਹਤ ਸਹਾਇਤਾ ਨਾਲ ਜੁੜੇ ਮੁੱਦਿਆਂ ਲਈ ਉਚਿਤ ਪ੍ਰਕਿਰਿਆਵਾਂ ਸ਼ਾਮਿਲ ਨੇ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਵਾਪਸ ਪਰਤਣ ਵਾਲੇ ਨਿਵਾਸੀਆਂ ਨੂੰ ਜੰਗਲ ਦੀ ਅੱਗ ਮਗਰੋਂ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ 'ਚ ਨੁਕਸਾਨੇ ਗਏ ਦਰਖਤ ਮੁੱਖ ਤੌਰ 'ਤੇ ਸ਼ਾਮਲ ਨੇ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਕਈ ਹੋਰਨਾਂ ਖੇਤਰਾਂ 'ਚ ਜੰਗਲੀ ਅੱਗ ਭੜਕ ਰਹੀ ਹੈ, ਜਿਨ੍ਹਾਂ 'ਚ ਲਿਟਨ ਦੇ ਨੇੜੇ ਸਟੀਨ ਮਾਊਂਟੇਨ ਬਲੇਜ਼ ਵੀ ਸ਼ਾਮਲ ਹੈ। ਇਸ ਅੱਗ ਨੇ ਹੁਣ ਤੱਕ 33 ਵਰਗ ਕਿਲੋਮੀਟਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਲਗਾਤਾਰ ਵਧ ਰਹੀ ਇਸ ਅੱਗ ਤੋਂ ਪੈਦਾ ਹੋਏ ਖਤਰੇ ਕਾਰਨ ਥੌਮਸਨ ਨਿਕੋਲਾ ਖੇਤਰੀ ਜ਼ਿਲ੍ਹੇ ਦੇ ਕੁਝ ਇਲਾਕਿਆਂ 'ਚ ਪ੍ਰਸ਼ਾਸਨ ਨੇ ਨਿਕਾਸੀ ਦੇ ਹੁਕਮ ਜਾਰੀ ਕੀਤੇ ਨੇ। ਦੱਸ ਦਈਏ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ 'ਚ ਕਰੀਬ 370 ਦੇ ਕਰੀਬ ਥਾਵਾਂ 'ਤੇ ਸਰਗਰਮ ਜੰਗਲੀ ਅੱਗ ਮੌਜੂਦ ਹੈ, ਜਿਨ੍ਹਾਂ 'ਚੋਂ 150 ਨੂੰ ਕਾਬੂ ਤੋਂ ਬਾਹਰ ਸ਼੍ਰੇਣੀਬੱਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਹੁਣ ਤੱਕ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ 'ਚ 18,000 ਵਰਗ ਕਿਲੋਮੀਟਰ ਝੁਲਸ ਗਿਆ ਹੈ, ਜਿਸ 'ਚ 71% ਅੱਗ ਬਿਜਲੀ ਦੇ ਕਾਰਨ ਲੱਗੀ ਤੇ 23% ਅੱਗ ਲੋਕਾਂ ਵੱਲੋਂ ਲਾਈ ਗਈ ਸੀ। ਉਧਰ ਕੈਨੇਡਾ ਦੇ ਉੱਤਰੀ ਪੱਛਮੀ ਖੇਤਰ 'ਚ ਸ਼ੁੱਕਰਵਾਰ ਨੂੰ ਜੰਗਲੀ ਅੱਗ ਕਾਰਨ ਗ੍ਰੇਟ ਸਲੇਵ ਲੇਕ ਨੇੜੇ ਸਥਿਤ ਲਗਭਗ 4,000 ਆਬਾਦੀ ਵਾਲੇ ਹੇ ਰਿਵਰ ਕਸਬੇ ਨੂੰ ਖਾਲੀ ਕਰਾਉਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉੱਤਰ ਪੱਛਮੀ ਖੇਤਰ ਦੀ ਸਰਕਾਰ ਨੇ ਕਰਮਚਾਰੀਆਂ ਸਮੇਤ ਕਸਬੇ 'ਚ ਹਰ ਕਿਸੇ ਨੂੰ ਹੇ ਰਿਵਰ ਮਰਲਿਨ ਕਾਰਟਰ ਹਵਾਈ ਅੱਡੇ ਤੇ ਜਾਣ ਅਤੇ ਹੋਰ ਨਿਰਦੇਸ਼ਾਂ ਦੀ ਉਡੀਕ ਕਰਨ ਦਾ ਆਦੇਸ਼ ਦਿੱਤਾ ਹੈ। ਖੇਤਰ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:23 ਤੇ ਪੋਸਟ ਕੀਤੀ ਇੱਕ ਚੇਤਾਵਨੀ 'ਚ ਕਿਹਾ, ਕੋਈ ਵੀ ਵਿਅਕਤੀ ਜੋ ਹੇ ਰਿਵਰ 'ਚ ਰਹਿੰਦਾ ਹੈ ਉਹ ਆਪਣੇ ਜ਼ੋਖਮ ਤੇ ਅਜਿਹਾ ਕਰ ਰਿਹਾ ਹੈ। ਇੱਥੇ ਕੋਈ ਐਮਰਜੈਂਸੀ ਸੇਵਾਵਾਂ ਜਾਂ ਜਵਾਬ ਉਪਲਬਧ ਨਹੀਂ ਹੋਣਗੇ। ਦੱਸ ਦਈਏ ਕਿ ਕੈਨੇਡਾ ਇਸ ਸਮੇਂ ਆਪਣੇ ਸਭ ਤੋਂ ਖਰਾਬ ਜੰਗਲੀ ਅੱਗ ਦੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ ਤੇ ਪਿਛਲੇ ਹਫ਼ਤੇ ਉੱਤਰੀ ਪੱਛਮੀ ਖੇਤਰ ਦੀ ਰਾਜਧਾਨੀ ਯੈਲੋਨਾਈਫ ਦੀ ਪੂਰੀ ਆਬਾਦੀ ਸਮੇਤ 50,000 ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ। ਸਰਕਾਰ ਨੇ ਬਾਅਦ 'ਚ ਇੱਕ ਚੇਤਾਵਨੀ 'ਚ ਕਿਹਾ, ਉੱਤਰ ਪੱਛਮੀ ਪ੍ਰਦੇਸ਼ਾਂ 'ਚ ਕਈ ਭਾਈਚਾਰਿਆਂ ਲਈ ਮੇਲ ਸੇਵਾ ਵੀ ਅੱਗ ਨਾਲ ਪ੍ਰਭਾਵਿਤ ਹੋਈ ਹੈ। ਚੀਨ ਅਤੇ ਕੈਨੇਡਾ ਦੋਵਾਂ ਮੁਲਕਾਂ ਵਿਚਕਾਰ ਉਡਾਣਾਂ ਨੂੰ ਵਧਾਉਣ ਤੇ ਗੱਲਬਾਤ ਚੱਲ ਰਹੀ ਹੈ। ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਹਫ਼ਤਾਵਾਰੀ ਉਡਾਣਾਂ ਦੀ ਗਿਣਤੀ ਬਹੁਤ ਘਟ ਗਈ ਹੈ। ਕੋਵਿਡ-19 ਤੋਂ ਪਹਿਲਾਂ ਸਾਲ 2019 ਦੀਆਂ ਸਰਗਰਮੀਆਂ 'ਚ ਪ੍ਰਤੀ ਹਫ਼ਤੇ 100 ਤੋਂ ਵੱਧ ਉਡਾਣਾਂ ਹੁੰਦੀਆਂ ਸਨ ਤੇ ਇਹ ਗਿਣਤੀ ਇਸ ਸੀਜ਼ਨ 'ਚ ਸਿਰਫ 10 ਤੇ ਆ ਗਈ ਹੈ। ਇਹ ਨਿਗਾਰ ਚੀਨ ਦੇ ਸਖਤ ਕੋਵਿਡ-19 ਸੰਬੰਧੀ ਨਿਯਮਾਂ, ਜਿਸ ਵਿੱਚ ਉਡਾਣਾਂ ਨੂੰ ਸੀਮਤ ਕਰਨਾ ਤੇ ਯਾਤਰੀਆਂ ਦੀ ਟੈਸਟਿੰਗ ਤੇ ਕੁਆਰੰਟਾਈਨ ਸ਼ਾਮਲ ਸੀ, ਤੋਂ ਬਾਅਦ ਆਇਆ ਸੀ। ਹਾਲਾਂਕਿ ਚੀਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਵਿਡ ਨਿਯਮਾਂ 'ਚ ਨਰਮਾਈ ਕਰ ਦਿੱਤੀ ਹੈ। ਹਵਾਬਾਜ਼ੀ ਵਿਸ਼ਲੇਸ਼ਕ ਹੈਲੇਨ ਬੈਕਰ ਨੇ ਕਿਹਾ ਕਿ ਉਕਤ ਨਿਯਮਾਂ ਦੇ ਚੱਲਦਿਆਂ ਸਿੱਧੀਆਂ ਉਡਾਣਾਂ ਨੂੰ ਬੰਦ ਕੀਤਾ ਗਿਆ ਸੀ ਤੇ ਕੋਰੀਆ ਵਰਗੇ ਦੇਸ਼ਾਂ ਤੋਂ ਕਨੈਕਟਿੰਗ ਫਲਾਈਟਸ ਬਣਾਈਆਂ ਗਈਆਂ ਸਨ, ਪਰ ਉਦੋਂ ਤੋਂ ਹੁਣ ਤੱਕ ਚੀਨ ਅਤੇ ਕੈਨੇਡਾ ਦਰਮਿਆਨ ਸਿੱਧੀਆਂ ਉਡਾਣਾਂ ਮੁੜ ਬਹਾਲ ਨਹੀਂ ਹੋਈਆਂ ਹਨ। ਇਸੇ ਦੌਰਾਨ ਚੀਨ ਨੇ ਕੈਨੇਡਾ ਨੂੰ ਟੂਰ ਗਰੁੱਪਾਂ ਲਈ ਮਨਜ਼ੂਰਸ਼ੁਦਾ ਅੰਤਰਰਾਸ਼ਟਰੀ ਯਾਤਰਾ ਸਥਾਨਾਂ ਦੀ ਸੂਚੀ 'ਚੋਂ ਬਾਹਰ ਕਰ ਦਿੱਤਾ। ਕੈਨੇਡਾ ਅਤੇ ਚੀਨ ਦਰਮਿਆਨ ਕੂਟਨੀਤਿਕ ਤਣਾਅ ਅਤੇ ਵਿਦੇਸ਼ੀ ਦਖਲ ਅੰਦਾਜ਼ੀ ਵਰਗੇ ਮੁੱਦਿਆਂ ਦੇ ਚੱਲਦਿਆਂ ਚੀਨ ਸਰਕਾਰ ਨੇ ਇਹ ਫੈਸਲਾ ਲਿਆ। ਫਿਰ ਵੀ ਦੋਵੇਂ ਦੇਸ਼ ਕਹਿੰਦੇ ਨੇ ਕਿ ਉਹ ਉਡਾਣਾਂ ਦੀ ਗਿਣਤੀ ਵਧਾਉਣ ਲਈ ਗੱਲਬਾਤ ਕਰ ਰਹੇ ਨੇ। ਕੈਨੇਡਾ ਨੇ ਸੰਕੇਤ ਦਿੱਤਾ ਹੈ ਕਿ ਉਹ ਹਾਲ ਹੀ 'ਚ ਚੀਨ ਦੇ ਅਮਰੀਕਾ ਨਾਲ ਹੋਏ ਸਮਝੌਤੇ ਦੀ ਤਰਜ਼ ਤੇ ਇਕਰਾਰਨਾਮਾ ਕਰਨ ਦੀ ਮੰਗ ਕਰ ਸਕਦਾ ਹੈ।
ਅਮਰੀਕਾ ਅਤੇ ਚੀਨ ਵਿਚਾਲੇ ਹਫ਼ਤਾਵਾਰੀ ਉਡਾਣਾਂ ਨੂੰ ਦੁੱਗਣਾ ਕਰਨ ਦਾ ਸਮਝੌਤਾ ਹੋਇਆ ਹੈ। ਅਰਲ ਬੇਲਜ਼ ਪਾਰਕ ਦੇ ਸਟਾਰਮ ਡਰੇਨ 'ਚ ਰੁੜੇ ਇੱਕ ਵਿਅਕਤੀ ਦੀ ਐਮਰਜੈਂਸੀ ਅਮਲੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਕੋਈ ਟੀਨੇਜਰ ਲੜਕਾ ਸੀ। ਸ਼ੁੱਕਰਵਾਰ ਨੂੰ ਰਾਤੀ 1:30 ਤੋਂ ਪਹਿਲਾਂ ਸੈਪਰਡ ਐਵਨਿਊ ਵੈਸਟ ਤੇ ਬਾਥਰਸਟ ਸਟਰੀਟ ਨੇੜੇ ਪਾਰਕ ਦੇ ਏਰੀਏ 'ਚ ਫਾਇਰ ਅਮਲੇ ਪੁਲਿਸ ਅਤੇ ਪੈਰਾਮੈਡਿਕਸ ਨੂੰ ਸੱਦਿਆ ਗਿਆ। ਟੋਰਾਂਟੋ ਫਾਇਰ ਪਲਾਟੂਨ ਚੀਫ ਜੌਹਨ ਕਾਰਲਸਨ ਨੇ ਦੱਸਿਆ ਕਿ 2 ਵਿਅਕਤੀ ਜਿਨ੍ਹਾਂ ਦੀ ਉਮਰ 18 ਸਾਲ ਦੇ ਨੇੜੇ-ਤੇੜੇ ਹੋਵੇਗੀ ਸਟਰੀਮ ਦੇ ਨੇੜੇ ਸੈਰ ਕਰ ਰਹੇ ਸਨ ਜਦੋਂ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਤੇ ਉਸ ਨੂੰ ਵਹਾ ਕੇ ਨਾਲ ਲੈ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ 2 ਵਿਅਕਤੀ ਪਾਰਕ 'ਚ ਸਟਾਰਮ ਡਰੇਨ ਟਨਲਸ ਕੋਲ ਸਨ ਜਦੋਂ ਇਹ ਸਭ ਵਾਪਰਿਆ। 18 ਸਾਲਾ ਲੜਕਾ ਤਾਂ ਆਪਣੇ ਆਪ ਇਸ ਸਥਿਤੀ 'ਚੋਂ ਬਾਹਰ ਆਉਣ 'ਚ ਕਾਮਯਾਬ ਹੋ ਗਿਆ ਤੇ ਉਸ ਨੇ ਬਾਹਰ ਆ ਕੇ ਮਦਦ ਮੰਗੀ। ਉਸ ਨੂੰ ਮਾਮੂਲੀ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਫਾਇਰ ਫਾਈਟਰਸ, ਟੋਰਾਂਟੋ ਪੁਲਿਸ, ਐਮਰਜੈਂਸੀ ਟਾਸਕ ਫੋਰਸ ਦੇ ਅਧਿਕਾਰੀਆਂ ਤੇ ਪੁਲਿਸ ਕੁੱਤਿਆਂ ਦੇ ਨਾਲ ਪਾਰਕ ਦੇ ਉੱਤਰੀ ਪੂਰਬੀ ਹਿੱਸਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਰਾਤ ਸਮੇਂ ਟੋਰਾਂਟੋ ਦੇ ਕ੍ਰਿਸਟੀ ਪਿਟਸ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ 'ਚ 2 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਤੋਂ ਬਾਅਦ ਟੋਰਾਂਟੋ ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਵੀਰਵਾਰ ਅੱਧੀ ਰਾਤ ਨੂੰ ਇਲਾਕੇ ਵਿੱਚ ਪਹੁੰਚੀ ਤੇ ਉੱਥੇ ਉਹਨਾਂ ਨੂੰ ਇੱਕ ਪੁਰਸ਼ ਤੇ ਇੱਕ ਮਹਿਲਾ ਜ਼ਖਮੀ ਹਾਲਤ 'ਚ ਮਿਲੇ। ਦੋਵੇਂ ਆਪਣੇ 20ਵੇਂ ਸਾਲ 'ਚ ਸਨ। ਉਹਨਾਂ ਉੱਤੇ ਕਿਸੇ ਨੇ ਚਾਕੂ ਨਾਲ ਵਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ। ਪੈਰਾਮੈਡਿਕਸ ਨੇ ਸ਼ੁਰੂਆਤ 'ਚ ਆਖਿਆ ਕਿ ਪੁਰਸ਼ ਨੂੰ ਜਾਨਲੇਵਾ ਜ਼ਖਮ ਹੋਏ ਸਨ ਜਦਕਿ ਮਹਿਲਾ ਦੇ ਜ਼ਖਮ ਉਹਨੇ ਡੂੰਘੇ ਨਹੀਂ ਸਨ, ਪਰ ਬਾਅਦ 'ਚ ਪੁਲਿਸ ਵੱਲੋਂ ਕੀਤੀ ਗਈ ਅਪਡੇਟ 'ਚ ਆਖਿਆ ਗਿਆ ਕਿ ਪੁਰਸ਼ ਦੇ ਜ਼ਖਮ ਵੀ ਜਾਨਲੇਵਾ ਨਹੀਂ ਸਨ। ਪੁਲਿਸ ਨੇ ਸ਼ੱਕੀਆਂ ਦੀ ਪਛਾਣ ਬਲੈਕ ਵਿਅਕਤੀ ਵਜੋਂ ਕੀਤੀ ਹੈ ਤੇ ਉਹਨਾਂ ਆਖਿਆ ਕਿ ਉਹ ਆਪਣੇ 20ਵਿਆਂ ਦੇ ਵਿੱਚ ਸੀ ਤੇ ਉਸ ਦਾ ਕੱਦ 5 ਫੁੱਟ 5 ਇੰਚ ਦੱਸਿਆ ਜਾਂਦਾ ਹੈ। ਉਸਨੇ ਸ਼ੇਵ ਵੀ ਨਹੀਂ ਕੀਤੀ ਸੀ ਤੇ ਉਸ ਨੇ ਪਿੰਕ ਰੰਗ ਦਾ ਸਵੈਟਰ ਪਾਇਆ ਹੋਇਆ ਸੀ। ਕੈਨੇਡਾ ਦੇ ਸਰੀ ਸ਼ਹਿਰ 'ਚ ਬੀਤੇ ਦਿਨੀ ਛੁਰੇਬਾਜ਼ੀ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 2 ਪੰਜਾਬੀ ਕਸੂਤੇ ਫਸ ਗਏ ਨੇ ਕਿਉਂਕਿ ਜਿਹੜਾ ਵਿਅਕਤੀ ਇਸ ਘਟਨਾ 'ਚ ਜ਼ਖਮੀ ਹੋਇਆ ਸੀ ਉਸ ਦੀ ਹੁਣ ਮੌਤ ਹੋ ਗਈ ਹੈ। ਇਸ ਦੇ ਚੱਲਦਿਆਂ ਪਰਮਿੰਦਰ ਸਿੰਘ ਬਰਾੜ ਅਤੇ ਸਿਮਰਪਾਲ ਸਿੰਘ ਤੇ ਪੁਲਿਸ ਨੇ ਕਤਲ ਦੇ ਦੋਸ਼ ਆਇਦ ਕਰ ਦਿੱਤੇ ਨੇ। ਸਰੀ RCMP ਯਾਨੀ ਕਿ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ 18 ਅਗਸਤ ਨੂੰ ਰਾਤ 11:30 ਵਜੇ ਮਸ਼ੇਟੀ ਨਾਲ ਲੈਸ ਇੱਕ ਸ਼ਖਸ ਵੱਲੋਂ ਇੱਕ ਪਾਰਕਿੰਗ ਲਾਟ ਦੁਆਲੇ ਗੇੜੇ ਲਾਉਣ ਦੀ ਸੂਚਨਾ ਮਿਲੀ ਸੀ। ਇਸ ਤੇ ਪੁਲਿਸ ਅਫਸਰ ਕਿੰਗ ਜਾਰਜ ਬੁਲੇਵਾਰਡ ਦੇ ਬਲਾਕ 'ਚ ਪੁੱਜਣ ਹੀ ਵਾਲੇ ਸਨ ਕਿ ਤੇਜ਼ਧਾਰ ਹਥਿਆਰ ਨਾਲ ਲੈਸ ਸ਼ਖਸ ਵੱਲੋਂ ਇੱਕ ਗੱਡੀ ਤੇ ਹਮਲਾ ਕਰਨ ਦੀ ਰਿਪੋਰਟ ਮਿਲੀ ਤੇ ਇਹ ਵੀ ਪਤਾ ਲੱਗਾ ਕਿ ਗੱਡੀ ਵਿੱਚ ਸਵਾਰ 2 ਜਣਿਆਂ ਨਾਲ ਉਸ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਜਦੋਂ ਪੁਲਿਸ ਅਫਸਰ ਮੌਕੇ ਤੇ ਪੁੱਜੇ ਤਾਂ ਤੇਜ਼ਧਾਰ ਹਥਿਆਰ ਨਾਲ ਘੁੰਮਦਾ ਦੱਸਿਆ ਗਿਆ ਵਿਅਕਤੀ ਗੰਭੀਰ ਜ਼ਖਮੀ ਹਾਲਤ 'ਚ ਮਿਲਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਓਨਟਾਰੀਓ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਹੜਤਾਲਾਂ ਤੋਂ ਬਚਣ ਅਤੇ ਬੱਚਿਆਂ ਨੂੰ ਸਕੂਲ 'ਚ ਰੱਖਣ ਲਈ ਪ੍ਰੋਵਿੰਸ ਦੀ ਸੈਕੰਡਰੀ ਸਕੂਲ ਟੀਚਰਜ਼ ਯੂਨੀਅਨ ਨਾਲ ਇੱਕ ਪ੍ਰਕਿਰਿਆ 'ਚ ਪ੍ਰਵੇਸ਼ ਕਰੇਗੀ। ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਸੇ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਇਹ ਅਸਥਾਈ ਸਮਝੌਤਾ ਨੇਕ ਵਿਸ਼ਵਾਸ ਨਾਲ ਗੱਲਬਾਤ ਜਾਰੀ ਰੱਖਣ ਲਈ ਇੱਕ ਸਮਾਂ ਨਿਰਧਾਰਤ ਕਰਦਾ ਹੈ। ਜੇਕਰ ਗੱਲਬਾਤ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਤਾਂ ਪਾਰਟੀਆਂ ਬਾਈਡਿੰਗ ਵਿਆਜ ਸਾਲਸੀ 'ਚ ਦਾਖਲ ਹੋਣਗੀਆਂ ਜੋ ਕਿ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਨਿਰਪੱਖ ਤੇ ਵਾਜਬ ਪਹੁੰਚ ਹੈ। ਲੇਖੇ ਦੀ ਟਿੱਪਣੀ ਤੋਂ ਪਹਿਲਾਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ 'ਚ ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨੇ ਕਿਹਾ ਕਿ ਇਸ ਦੀ ਸੌਦੇਬਾਜ਼ੀ ਯੂਨਿਟ ਦੇ ਪ੍ਰਧਾਨਾਂ ਅਤੇ ਮੁੱਖ ਵਾਰਤਾਕਾਰਾਂ ਨੇ ਸ਼ੁੱਕਰਵਾਰ ਨੂੰ ਪ੍ਰਕਿਰਿਆ 'ਚ ਦਾਖਲ ਹੋਣ ਲਈ ਭਾਰੀ ਵੋਟ ਦਿੱਤੀ। OSSTF ਨੇ ਕਿਹਾ ਹੈ ਕਿ ਉਹ ਹੁਣ ਪ੍ਰਕਿਰਿਆ 'ਚ ਦਾਖਲ ਹੋਣ ਤੇ ਸਤੰਬਰ ਤੱਕ ਆਪਣੇ 60,000 ਮੈਂਬਰਾਂ ਲਈ ਵੋਟ ਪਾਉਣ ਦੀ ਤਿਆਰੀ ਸ਼ੁਰੂ ਕਰ ਦੇਵੇਗਾ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਨਾਲ ਜੁੜੀਆਂ ਘਟਨਾਵਾਂ ਹਰ ਰੋਜ਼ ਵੇਖਣ ਨੂੰ ਮਿਲ ਰਹੀਆਂ ਨੇ। ਤਾਜ਼ਾ ਮਾਮਲਾ ਓਕਲਾਹੋਮਾ ਹਾਈ ਸਕੂਲ ਦਾ ਹੈ ਜਿੱਥੇ ਸ਼ੁੱਕਰਵਾਰ 25 ਅਗਸਤ ਨੂੰ ਫੁੱਟਬਾਲ ਮੈਚ ਦੌਰਾਨ 4 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 10:30 ਤੇ ਵਾਪਰੀ ਜਦੋਂ ਚੋਕਟਾ ਹਾਈ ਸਕੂਲ ਤੇ ਡੇਲ ਸਿਟੀ ਹਾਈ ਸਕੂਲ ਵਿਚਾਲੇ ਮੈਚ ਚੱਲ ਰਿਹਾ ਸੀ। ਚੋਕਟਾ ਪੁਲਿਸ ਦੇ ਮੁਖੀ ਕੇਲੀ ਮਾਰਸ਼ਲ ਨੇ ਘਟਨਾ ਦੇ ਸਬੰਧ 'ਚ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ 4 ਲੋਕਾਂ ਨੂੰ ਗੋਲੀ ਲੱਗੀ ਸੀ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਮੁਤਾਬਕ ਜ਼ਖਮੀਆਂ 'ਚੋਂ ਇੱਕ ਵਿਦਿਆਰਥੀ ਵੀ ਹੈ। ਮਾਰਸ਼ਲ ਅਨੁਸਾਰ 3 ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਇੱਕ ਪੀੜਤ ਖਤਰੇ ਤੋਂ ਬਾਹਰ ਹੈ। ਡੇਲ ਸਿਟੀ ਪੁਲਿਸ ਮੁਖੀ ਲੋਇਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਮੈਨੂੰ ਪਤਾ ਹੈ ਕਿ ਸਾਡਾ ਇੱਕ ਅਧਿਕਾਰੀ ਇਸ 'ਚ ਸ਼ਾਮਲ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ, ਜਿੱਥੋਂ ਤੱਕ ਮੈਨੂੰ ਅਸਲ 'ਚ ਨਹੀਂ ਪਤਾ ਕਿ ਉਹ ਕੌਣ ਹੈ। ਉਸਨੇ ਦੱਸਿਆ ਕਿ ਘਟਨਾ ਤੋਂ ਬਾਅਦ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ ਤੇ ਅਜੇ ਤੱਕ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ। ਹਾਲਾਂਕਿ ਉਸ ਦੀ ਤਲਾਸ਼ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ 2 ਦਿਨ ਪਹਿਲਾਂ ਕੈਲੀਫੋਰਨੀਆ 'ਚ ਗੋਲੀਬਾਰੀ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਅਮਰੀਕਾ 'ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਅਸਲ 'ਚ ਇਸ ਲਈ ਬੰਦੂਕ ਸੱਭਿਆਚਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਏ। ਅਮਰੀਕਾ 'ਚ ਹਥਿਆਰਾਂ ਦਾ ਲਾਇਸੈਂਸ ਆਸਾਨੀ ਨਾਲ ਮਿਲ ਜਾਂਦਾ ਏ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਅਜਿਹੀਆਂ ਘਟਨਾਵਾਂ ਤੇ ਨਿਰਾਸ਼ਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੱਗ ਸ਼ਾਟ ਤੇ ਨਿਸ਼ਾਨਾ ਵਿੰਨ੍ਹਿਆ। ਲੇਕ ਤਾਹੋ 'ਚ ਛੁੱਟੀਆਂ ਮਨਾ ਰਿਹਾ ਬਾਈਡਨ ਕੋਲੋਂ ਜਦੋਂ ਪੱਤਰਕਾਰਾਂ ਨੇ ਟਰੰਪ ਦੇ ਮੱਗ ਸ਼ਾਟ ਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਹੱਸਦਿਆਂ ਕਿਹਾ ਕਿ ਉਹਨਾਂ ਨੇ ਟੈਲੀਵਿਜ਼ਨ ਤੇ ਤਸਵੀਰ ਦੇਖੀ ਹੈ। ਇਸ ਮੌਕੇ ਜਦੋਂ ਉਹਨਾਂ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਇਸ ਬਾਰੇ 'ਚ ਕੀ ਸੋਚਦੇ ਨੇ ਤਾਂ ਰਾਸ਼ਟਰਪਤੀ ਬਾਈਡਨ ਨੇ ਉਹਨਾਂ ਨੂੰ ਸੁੰਦਰ ਅਤੇ ਅਦਭੁਤ ਵਿਅਕਤੀ ਕਰਾਰ ਦਿੱਤਾ। ਦੱਸ ਦਈਏ ਕਿ ਟਰੰਪ ਦੇ ਵੀਰਵਾਰ ਨੂੰ ਜਾਰਜੀਆ ਜੇਲ੍ਹ 'ਚ ਮੱਗ ਸ਼ਾਟ ਦੇਣ ਮਗਰੋਂ ਬਾਈਡਨ ਦੀ ਇਹ ਪਹਿਲੀ ਪ੍ਰਤੀਕਿਰਿਆ ਹੈ। ਟਰੰਪ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਵੀਰਵਾਰ ਨੂੰ ਫੁਲਟਨ ਕਾਉਂਟੀ ਜੇਲ੍ਹ 'ਚ ਰਸਮੀ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ 20 ਮਿੰਟਾਂ ਮਗਰੋਂ ਉਹਨਾਂ ਨੂੰ 2 ਲੱਖ ਦੇ ਮੁਚਲਕੇ ਤੇ ਰਿਹਾ ਕਰ ਦਿੱਤਾ ਗਿਆ। ਟਰੰਪ ਤੇ ਜਾਰਜੀਆ 'ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਉਹਨਾਂ ਦੇ 18 ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦੇ ਦੋਸ਼ ਨੇ। ਟਰੰਪ ਜਦੋਂ ਜੇਲ੍ਹ ਗਏ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਹੋਰਨਾਂ ਕੈਦੀਆਂ ਵਾਂਗ ਹੀ ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਤੇ ਮੱਗ ਸ਼ਾਟ ਲਿਆ ਗਿਆ ਸੀ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਨੇ ਜਿਨ੍ਹਾਂ ਦਾ ਮੱਗ ਸ਼ਾਟ ਲਿਆ ਗਿਆ ਹੈ। ਅਮਰੀਕਾ ਦੇ ਕਾਨੂੰਨਾਂ ਮੁਤਾਬਕ ਪੁਲਿਸ ਵੱਲੋਂ ਦੋਸ਼ੀ ਦੇ ਚਿਹਰੇ ਦੀ ਫੋਟੋ ਖਿੱਚਣ ਨੂੰ ਮੱਗ ਸ਼ਾਟ ਕਿਹਾ ਜਾਂਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰਜੀਆ ਅਮਰੀਕਾ ਦੇ ਉਹਨਾਂ ਪ੍ਰਮੁੱਖ ਸ਼ਹਿਰਾਂ 'ਚੋਂ ਇੱਕ ਸੀ ਜਿੱਥੇ ਕਿ ਟਰੰਪ ਮਾਮੂਲੀ ਫਰਕ ਨਾਲ ਹਾਰ ਗਏ ਸਨ, ਜਿਸ ਕਾਰਨ ਰਿਪਬਲਿਕਨਾਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਬਿਨਾਂ ਕਿਸੇ ਸਬੂਤ ਤੋਂ ਇਹ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਕਿ ਚੋਣਾਂ 'ਚ ਉਹਨਾਂ ਦੇ ਵਿਰੋਧੀ ਜੋ ਬਾਈਡਨ ਵੱਲੋਂ ਘਪਲਾ ਕੀਤਾ ਗਿਆ ਹੈ। ਅਮਰੀਕਾ 'ਚ H-1B ਵੀਜ਼ਾ ਤੇ ਕੰਮ ਕਰ ਰਹੇ ਪਾਕਿਸਤਾਨੀ ਡਾਕਟਰ ਵੱਲੋਂ ਅੱਤਵਾਦੀ ਸੰਗਠਨ ISI ਦੀ ਮਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਇਹ ਡਾਕਟਰ ਅਮਰੀਕਾ 'ਚ ਅੱਤਵਾਦੀ ਸੰਗਠਨ ISIS ਨੂੰ ਭੌਤਿਕ ਸਹਾਇਤਾ ਪ੍ਰਦਾਨ ਕਰਨ ਅਤੇ ਅਲੋਨ ਵੁਲਫ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ 'ਚ ਸ਼ਾਮਲ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਡਾਕਟਰ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਦੇ ਇੱਕ ਬਿਆਨ 'ਚ ਕਿਹਾ ਗਿਆ ਕਿ ਮੁਹੰਮਦ ਮਸੂਦ ਨੂੰ ਸ਼ੁੱਕਰਵਾਰ ਨੂੰ ISIS ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਲਈ 18 ਸਾਲ ਦੀ ਕੈਦ ਸੁਣਾਈ ਗਈ। ਉਸਨੇ ਪਿਛਲੇ ਅਗਸਤ 'ਚ ਦੋਸ਼ ਮੰਨਿਆ ਤੇ ਸੀਨੀਅਰ ਜੱਜ ਪਾਲ ਮੈਗਨਸਨ ਦੇ ਸਾਹਮਣੇ ਉਸ ਨੂੰ ਸਜ਼ਾ ਸੁਣਾਈ ਗਈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਮਸੂਦ ਪਾਕਿਸਤਾਨ 'ਚ ਇੱਕ ਲਾਇਸੈਂਸਸ਼ੁਦਾ ਮੈਡੀਕਲ ਡਾਕਟਰ ਸੀ ਅਤੇ ਪਹਿਲਾਂ ਇੱਕ H-1B ਵੀਜ਼ਾ ਦੇ ਤਹਿਤ ਰੋਚੈਸਟਰ ਮਿਨੇਸੋਟਾ 'ਚ ਇੱਕ ਮੈਡੀਕਲ ਕਲੀਨਿਕ 'ਚ ਇੱਕ ਖੋਜ ਕੋਆਰਡੀਨੇਟਰ ਵਜੋਂ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ 2020 ਤੋਂ ਮਾਰਚ 2020 ਦਰਮਿਆਨ ਮਸੂਦ ਨੇ ਇੱਕ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਲਈ ਆਪਣੀ ਵਿਦੇਸ਼ ਯਾਤਰਾ ਦੀ ਸਹੂਲਤ ਲਈ ਇੱਕ ਐਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨ ਦੀ ਵਰਤੋਂ ਕੀਤੀ। ਮਸੂਦ ਨੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਅਲ ਸ਼ਾਮ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਦੇ ਸਬੰਧ 'ਚ ਕਈ ਬਿਆਨ ਦਿੱਤੇ ਤੇ ਉਸ ਨੇ ਮਨੋਨੀਤ ਅੱਤਵਾਦੀ ਸੰਗਠਨ ਤੇ ਇਸ ਦੇ ਨੇਤਾ ਪ੍ਰਤੀ ਆਪਣੀ ਵਫਾਦਾਰੀ ਵੀ ਜ਼ਾਹਰ ਕੀਤੀ। ਮਸੂਦ ਨੇ ਸੰਯੁਕਤ ਰਾਜ 'ਚ ਅਲੋਨ ਵੁਲਫ ਅੱਤਵਾਦੀ ਹਮਲੇ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਫਰਵਰੀ 2020 'ਚ ਮਸੂਦ ਨੇ ਸ਼ਿਕਾਗੋ, ਇਲੀਨੋਇਸ ਤੋਂ ਅਮਾਨ, ਜਾਰਡਨ ਲਈ ਇੱਕ ਜਹਾਜ਼ ਦੀ ਟਿਕਟ ਖਰੀਦੀ ਤੇ ਉੱਥੋਂ ਸੀਰੀਆ ਜਾਣ ਦੀ ਯੋਜਨਾ ਬਣਾਈ। ਉਸੇ ਸਾਲ ਮਾਰਚ 'ਚ ਮਸੂਦ ਨੇ ਯਾਤਰਾ ਕਰਨ ਦੀਆਂ ਯੋਜਨਾਵਾਂ ਨੂੰ ਬਦਲ ਦਿੱਤਾ ਕਿਉਂਕਿ ਜਾਰਡਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਜਿਸ ਕਾਰਨ ਉਹ ਉਸ ਸਮੇਂ ਸਫ਼ਰ ਨਹੀਂ ਕਰ ਸਕਿਆ। ਮਸੂਦ ਫਿਰ ਇੱਕ ਆਦਮੀ ਨੂੰ ਮਿਲਣ ਲਈ ਮਿਨੀਆਪੋਲਿਸ ਤੋਂ ਲਾਸ ਐਂਜਲਸ ਗਿਆ। ਮਸੂਦ ਨੂੰ ਯਕੀਨ ਸੀ ਕਿ ਉਹ ISIS ਦੇ ਖੇਤਰ 'ਚ ਕਾਰਗੋ ਜਹਾਜ਼ ਰਾਹੀਂ ਯਾਤਰਾ ਕਰਨ 'ਚ ਉਸ ਦੀ ਮਦਦ ਕਰੇਗਾ। ਉਸਨੇ ਲਾਸ ਐਂਜਲਸ ਕੈਲੀਫੋਰਨੀਆ ਲਈ ਫਲਾਈਟ 'ਚ ਸਵਾਰ ਹੋਣ ਲਈ ਰੋਚੈਸਟਰ ਤੋਂ ਮਿਨੀਆਪੋਲਿਸ ਸੇਂਟ ਪਾਲ ਇੰਟਰਨੈਸ਼ਨਲ ਏਅਰਪੋਰਟ ਦੀ ਯਾਤਰਾ ਕੀਤੀ। MSP ਤੇ ਪਹੁੰਚਣ ਤੇ ਮਸੂਦ ਨੇ ਆਪਣੀ ਫਲਾਈਟ ਲਈ ਚੈੱਕ ਇਨ ਕੀਤਾ ਤੇ ਬਾਅਦ 'ਚ FBI ਦੀ ਸੰਯੁਕਤ ਅੱਤਵਾਦ ਟਾਸਕ ਫੋਰਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ।
ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਯੂਨੀਵਰਸਿਟੀਜ਼ ਨੇ ਪੂਰਿਆ ਵਿਦਿਆਰਥੀਆਂ ਦਾ ਪੱਖ ਕਿਹਾ, ਰਿਹਾਇਸ਼ ਸੰਕਟ ਦਾ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਨਹੀਂ। ਕੇਂਦਰੀ ਰਿਹਾਇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਭਖਿਆ ਮਾਹੌਲ। ਓਕਾਨਾਗਨ 'ਚ ਨਿਕਾਸੀ ਹੁਕਮ ਤੇ ਕੈਲੋਨਾ ਦੀਆਂ ਯਾਤਰਾ ਪਾਬੰਦੀਆਂ ਨੂੰ ਹਟਾਇਆ। ਵਾਪਸੀ ਲਈ ਵਿਆਪਕ ਗਾਈਡਲਾਈਨਸ ਦੀ ਪਾਲਣਾ ਦੀ ਸਲਾਹ। ਚੀਨ ਅਤੇ ਕੈਨੇਡਾ ਵਿਚਕਾਰ ਉਡਾਣਾਂ ਵਧਾਉਣ ਨੂੰ ਲੈ ਕੇ ਚਰਚਾ। ਕੋਵਿਡ-19 ਤੋਂ ਬਾਅਦ ਗਿਣਤੀ ਰਹਿ ਗਈ ਸੀ ਸੀਮਤ। ਵਿਦੇਸ਼ੀ ਦਖਲ ਦੇ ਮੁੱਦੇ ਕਾਰਨ ਵੀ ਕਈ ਰਹੇ ਅਟਕਾ। ਛੁਰੇਬਾਜ਼ੀ ਦੇ ਕੇਸ 'ਚ ਬੁਰੇ ਫਸੇ 2 ਪੰਜਾਬੀ। ਘਟਨਾ 'ਚ ਜ਼ਖਮੀ ਵਿਅਕਤੀ ਦੀ ਹੋਈ ਮੌਤ। ਪਰਮਿੰਦਰ ਬਰਾੜ ਤੇ ਸਿਮਰਪਾਲ ਤੇ ਦੋਸ਼ ਹੋਏ ਆਇਦ।